आखिरकार कब्र कुशाई भी कर ली गई। दुल्हन की तरफ से एक मैसेज आया था कि कब्र के अंदर से दुल्हन का मैसेज है। इन्होंने जब उसको निकाल के बाहर उस फट्टे के ऊपर आपने और इमरान भाई दोनों ने जो है ना वो कब्र कुशाई की। कवर छकाई की ਅਸੀਂ ਬਾਹਰ ਕੱਢਿਆ ਫੱਟੇ ਤੇ ਲਟਾਇਆ। आप लोगों ने स्लैब हटाई जब सबसे पहले तो क्या हुआ? ਮੇਰੇ ਕੋਲ ਮੂਵੀ ਵੀ ਬਿਲਕੁਲ ਸਾਫ਼ ਹੈ ਜਿਵੇਂ ਤੇ ਉਦੋਂ ਦਾ ਕਿਹੜਾ ਹੱਥ ਸਮੀਆਂ ਦਾ ਅਸੀਂ ਤੁਹਾਨੂੰ ਦੱਸਿਆ 4.25 महीने हुआ स्लैब पट्टी कोई अब्बस नहीं। वो परफ्यूम तो उन्होंने वापस कर दी। खुशबू किस किस्म की थी, यानी कि आपको लगता था कि ये खुशबू आपने कभी सूंघी? बिस्मिल्लाहिर्रहमानिर्रहीम, अस्सलाम वालेकुम नाजरीन, मैं हूँ उज़मा और आप देख रहे हैं आपका चैनल स्ट्रॉन्ग उज़मा। शादी वाले दिन मरने वाले दुल्हा दुल्हन की कब्र कुशाई की गई। 4 माह ये केस बड़ा हाइप पे रहा कि शादी होती है और उसके 2 घंटे के बाद ही दूल्हा और दुल्हन इस दुनिया में नहीं रहते। बाद में एप्लीकेशन जाती है और पहले तो समझ नहीं आती, पोस्टमार्टम होता ही नहीं है और बाद में फिर कब्र कुशाई तक बात जा पहुंचती है और आखिरकार कब्र कुशाई भी कर ली गई। कब्र कुशाई जब हुई तो इमरान भाई और साथ उनके दूसरे भाई जिन्होंने उस दिन समिया को कब्र से बाहर निकाला था, क्या हालात थे कब्र अंदर से जब बॉडी निकालते हैं और 4.25 माह गुजर गए थे, तकरीबन 4 माह 10 दिन। बॉडी कैसी थी? इन्होंने जब उसको निकाल के बाहर उस फट्टे के ऊपर लटाया है जहाँ पे उसके टेस्ट डॉक्टरों ने डिफरेंट सैंपल लेने थे, तो इनसे जानते हैं कि जब इन्होंने कब्र कुशाई की क्या डॉक्टर उस वक़्त पास थे और उस वक़्त आप और ये और इमरान भाई दोनों थे, किस तरह से की गई कब्र कुशाई और फिर किस तरह उसके सैंपल लिए गए, क्या हालात थे? अस्सलाम वालेकुम। वालेकुम सलाम। अमर भाई मुझे ये बताएं कि आपने और इमरान भाई दोनों ने जो है ना वो कब्र कुशाई की है, गोरकन को नहीं बुलाया गया था। कब्र खोदते हैं जब दोबारा एक बंदा इस दुनिया से चला जाता है, अल्लाह और उसके बड़े पर्दे होते हैं कब्र में, और डर नहीं लगा आपको? नहीं कोई डर नहीं लगा। ਅਸੀਂ ਕਬਰ ਕੁਸ਼ਾਈ ਕੀ 2 ਭਾਈਆਂ ਨੇ ਕੀ ਹੈ अच्छा ਤੇ ਕੋਈ ਮਕਸਦ ਆਂਦੇ ਸੀ, ਸਾਰੇ ਆਂਦੇ ਸੀ ਬਦਬੂ ਆਵੇ ਦੀ ਜਾਂ ਕੋਈ ਚੱਕਰ ਨਹੀਂ। ਜੈਸੇ ਮਕਸਦ ਐਵੇਂ ਸਮਝ ਲਓ ਜਿਵੇਂ 2 ਘੰਟੇ ਜਾਂ ਪਹਿਲਾਂ 3 ਘੰਟੇ ਦਫਨਾਇਆ, ਕਫਨ ਬਿਲਕੁਲ ਸਾਫ਼ था, अच्छा ਕੋਈ ਦਾਗ ਨਹੀਂ ਸੀ, ਕੋਈ ਗੱਲ ਨਹੀਂ। ਕੋਈ ਕਬਰ ਛਕਾਈ ਕੀਤੀ, ਅਸੀਂ ਬਾਹਰ ਕੱਢਿਆ ਫੱਟੇ ਤੇ ਲਟਾਇਆ, ਅੰਦਰੋਂ ਬਿਲਕੁਲ ਕਬਰ ਬਿਲਕੁਲ ਸਾਫ਼ ਸੀ। ਅੱਛਾ ਜਿਹੜੇ ਉਹਨਾਂ ਨੇ ਪਰਫਿਊਮ ਡਿਫਰੈਂਟ ਕਿਸਮ ਦੇ ਮੰਗਾ ਰੱਖੇ ਸੀ ਔਰ ਡਾਕਟਰ ਵੀ ਸੀ, ਜੱਜ ਵੀ ਆਏ ਸੀ, ਪੁਲਿਸ ਵੀ ਨਾਲ ਸਨ, ਤੇ ਉਹਨਾਂ ਨੇ ਜਦੋਂ ਕਿਹਾ ਕਿ ਸਲੈਬ ਹੈ ਇਹ ਫੌਰਨ ਨਹੀਂ ਹਟਾਣੀ क्योंकि कुछ भी हो सकता है, बस वगैरह है, जो भी बंदा बीमार भी हो सकता है, अक्सर डॉक्टर ये कहते हैं। आप लोगों ने स्लैब हटाई जब सबसे पहले तो क्या हुआ? कुछ नहीं, ਅਸੀਂ कोई मास्क नहीं लगाया, कोई जैसे वैसे ही ਅਸੀਂ अच्छा मास्क नहीं लगाया? ਕੋਈ ਬਦਬੂ ਆਈ ਨਹੀਂ। ਬਦਬੂ ਆਈ ਤੇ ਮਾਸਕ ਲਗਾਉਂਦੇ ਜਾਂ ਕੋਈ ਸਪਰੇਅ ਲਾਉਂਦੇ, ਕੋਈ ਮੈਂ ਆਪਦੇ ਹੱਥੀ ਸਲੈਬ ਚੁੱਕੀ, ਪਹਿਲੀ ਦੂਸਰੀ ਤੀਸਰੀ, अच्छा ਉਵੇਂ ਅਸੀਂ ਬਾਹਰ ਕੋਈ ਅਬਸ ਨਹੀਂ ਸੀ ਅੰਦਰ। ਤੁਹਾਨੂੰ ਦੱਸ ਰਿਹਾ, ਜਦੋਂ ਅਸੀਂ ਬਾਹਰ ਫੱਟੇ ਤੇ ਪਾਏ ਨੇ, ਮੈਂ ਉਵੇਂ ਕਬਰ 'ਚ ਝਾਤੀ ਮਾਰੀ, ਮੇਰੇ ਕੋਲ ਮੂਵੀ ਵੀ ਬਿਲਕੁਲ ਸਾਫ਼ ਹੈ ਜਿਵੇਂ ਕਬਰ ਤਾਜ਼ੀ ਕੱਢੀ ਹੁੰਦੀ। अच्छा जी कोई हालांकि 4 महीने ते 10 दिन गुजर गए। 4.25 माह हो गए थे, जी जी कोई ਬਦਬੂ ਨਹੀਂ, ਕੋਈ ਚੱਕਰ ਨਹੀਂ। ਸਾਰੇ ਦੂਰ ਦੂਰ ਤੱਕ ਵੀ ਉਹ ਦੱਸ ਰਿਹਾ ਸੀ ਖੁਸ਼ਬੂ ਆਉਂਦੀ ਸੀ, ਕੋਈ ਅੱਛਾ। ਮਕਸਦ ਐਸਾ। ਤੇ ਫਿਰ ਡਾਕਟਰ ਅੰਦਰ ਆਏ? ਡਾਕਟਰ ਆਏ, ਡਾਕਟਰਾਂ ਫਿਰ ਸਾਨੂੰ ਕਿਹਾ ਜੀ ਤੁਸੀਂ ਹੁਣ ਜਾ ਸਕਦੇ। ਫਿਰ ਉਹਨਾਂ ਆਪਦੇ ਸੈਂਪਲ ਲੈ ਕੇ ਫਿਰ ਉਹਨਾਂ ਸਾਨੂੰ 2 ਭਾਈਆਂ ਨੂੰ ਬੁਲਾਇਆ। ਫਿਰ ਅਸੀਂ 2 ਭਾਈਆਂ ਨੇ ਉਵੇਂ ਅੰਦਰ ਰੱਖਿਆ ਕਬਰ ਦੇ, ਉਵੇਂ ਸਲੈਬਾਂ ਰੱਖੀਆਂ, ਉਵੇਂ ਫਿਰ ਅਸੀਂ ਆਪਦੇ ਹੱਥਾਂ ਨਾਲ ਮਿੱਟੀ ਪਾਈ, ਸਾਰਾ ਕੁਝ ਅਸੀਂ ਆਪ ਕੀਤਾ। ਅੱਛਾ ਜੀ ਜਦੋਂ ਉਹਨਾਂ ਦੇ ਬਾਲਾਂ ਦਾ ਟੈਸਟ ਲਿਆ ਹੈ ਜੀ ਤੇ ਉਦੋਂ ਦਾ ਕਿਹੜਾ ਹੱਥ ਸਮੀਆਂ ਦਾ ਕਫਨ ਚੋਂ ਬਾਹਰ ਸੀ? ਕਫਨ ਦੇ ਵਿੱਚ ਹੀ ਸੀ ਮਕਸਦ। ਕਫਨ ਅੱਛਾ। ਥੋੜਾ ਜਿਹਾ ਸਾਈਡ ਤੇ ਸੱਜਾ ਸੀ, ਉਵੇਂ ਮਹਿੰਦੀ ਮੁੰਦੀ ਲੱਗੀ ਸੀ ਮਾਸ਼ਾਅੱਲਾ। ਜਿਹੜਾ ਨਾ ਵਾਲ ਵੀ ਮਤਲਬ ਜੋ ਨਾ ਟੈਸਟ ਲੈਣ ਨਾਲ ਵਾਲ ਥੱਲੇ ਡਿੱਗੇ ਸੀ, ਅਸੀਂ ਆਪਦੇ ਹੱਥਾਂ ਨਾਲ ਚੁੱਕ ਕੇ ਕਬਰ ਦੇ ਅੰਦਰ ਕੀਤੇ ਨੇ। ਅੱਛਾ ਹਾਂਜੀ ਤੁਹਾਡੇ ਦੋਸਤ ਸੀ ਸ਼ਰਾਫਤ ਭਾਈ? ਜੀ ਦੋਸਤ ਸੀ। ਕਿੰਨੀ ਦੋਸਤੀ ਸੀ, ਕਦੋਂ ਦੇ ਇੱਕ ਦੂਸਰੇ ਨੂੰ ਜਾਣਦੇ ਸੀ? ਮਕਸਦ ਅਸੀਂ ਤਕਰੀਬਨ ਤੋਂ ਬਚਪਨ ਤੋਂ ਹੀ ਜਾਣਦੇ ਸੀ। ਅਸੀਂ ਉਹਨੂੰ ਆਪ ਲੈ ਕੇ ਆਏ ਸੀ ਲਾਹੌਰ, ਅੱਛਾ ਆਪਦੇ ਹੱਥਾਂ ਨਾਲ ਵਾਲ ਸਿਖਾਇਆ। ਫਿਰ ਕਸੂਰ ਸਾਡੇ ਨਾਲ ਇੱਕੋ ਦੁਕਾਨ ਤੇ ਅਸੀਂ ਕੰਮ ਕਰਦੇ ਰਹੇ। ਬਹੁਤ ਅੱਛਾ ਸਾਡਾ ਅਖਲਾਕ ਸੀ। ਸ਼ਾਦੀ ਤੇ ਵੀ ਅਸੀਂ ਇਕੱਠੇ ਹੀ ਸਾਂ। ਸ਼ਾਦੀ ਉਹਦੀ ਤੇ ਗਏ ਸੀ ਤੁਸੀਂ? ਜੀ ਠੀਕ ਹੈ। ਮੈਂ ਇਕੱਠੇ ਹੀ ਸਾਰਾ ਕੁਝ ਇਕੱਠਿਆਂ ਹੀ ਕੀਤਾ। ਰਾਤ ਤੱਕ ਸਾਡੀ ਗੱਲਬਾਤ ਹੁੰਦੀ ਰਹੀ, 2 ਵਜੇ ਤੱਕ ਅਸੀਂ ਇੱਕ ਦੂਜੇ ਨਾਲ ਗੱਲਬਾਤ ਚੱਲਦੀ ਰਹੀ। ਕੋਈ ਅੱਛਾ। ਚੱਕਰ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਯਾਨੀ ਕਿ ਇਹ ਵਾਕਿਆ 2 ਤੋਂ 4 ਦੇ ਦਰਮਿਆਨ ਹੋਇਆ? ਜੀ ਜੀ 2 ਵਜੇ ਘੰਟਿਆਂ ਦੇ ਵਿੱਚ ਜੀ। ਉਹਨਾਂ ਸੁਬਾਹ ਅਸੀਂ ਮੰਨੇ ਹੀ ਨਹੀਂ ਦਾ ਸੀ। ਅਜੇ ਲਾਸ਼ਾਂ ਨਹੀਂ ਸੀ ਆਈਆਂ, ਅਸੀਂ ਉਂਝ ਘਰ ਰਪੜ ਗਿਆ ਸੀ। ਕੋਈ ਕੁੰਦੀ ਨਹੀਂ, ਕੋਈ ਸ਼ੈ ਨਹੀਂ, ਕੋਈ ਸ਼ੈ ਟੁੱਟੀ ਨਹੀਂ। ਟੁੱਟੀ ਹੋਵੇ ਤਾਂ ਪਤਾ ਲੱਗੇ ਨਾ। ਕੀ ਲੱਗਦਾ ਹੈ ਅਮਰ ਭਾਈ ਕਿ 2 ਘੰਟਿਆਂ ਦੇ ਅੰਦਰ ਅੰਦਰ ਐਸਾ ਕੀ ਹੋਇਆ? ਅਗਰ ਇੱਕ ਫਰਜ਼ ਕਰੋ ਇੱਕ ਛੋਟਾ ਜਿਹਾ ਪਰਿੰਦਾ ਹੈ, ਉਹਦੀ ਵੀ ਜਾਨ ਨਿਕਲਦੀ ਹੈ, ਤੜਪਦਾ ਹੈ,
ਹੱਥ ਪਾਉ ਮਾਰਦਾ ਹੈ, ਆਪਣੇ ਪਰ ਜੋ ਵੀ, ਇੱਕ ਇਨਸਾਨ ਦੀ ਜਾਨ ਨਿਕਲੀ, 2 ਇਨਸਾਨਾਂ ਦੀ ਜਾਨ ਨਿਕਲੀ, ਔਰ ਪੂਰਾ ਯਾਨੀ ਕਿ ਰਿਸ਼ਤੇਦਾਰ ਦਰਵਾਜ਼ੇ ਦੇ ਅੱਗੇ ਸੁੱਤੇ ਹੋਏ ਸਨ, ਜੀ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ। ਜੀ ਕਿਸੇ ਨੂੰ ਕੋਈ ਪਤਾ ਨਹੀਂ ਚੱਲਿਆ। ਤੁਹਾਨੂੰ ਵੇਖੋ ਨਾ, ਉਹਨਾਂ ਨੂੰ 3 ਹਫ਼ਤਿਆਂ ਦਾ ਟਾਈਮ ਦਿਆ ਹੋਗਾ, 3 ਹਫ਼ਤਿਆਂ ਬਾਅਦ ਪਤਾ ਲੱਗੇਗਾ ਰਿਪੋਰਟ ਦਾ ਕਿ ਉਸ ਤੋਂ ਬਾਅਦ ਫਿਰ ਜੋ ਵੀ ਹੋਵੇਗਾ। ਫਿਰ ਸਾਡਾ ਦਿਲ ਕੀ ਕਹਿੰਦਾ? ਸਾਡਾ ਦਿਲ ਇਹ ਕਹਿੰਦਾ ਮਾਰੇ ਗਏ ਨੇ, ਮੌਤ ਨਹੀਂ ਦੀ। ਮੌਤ ਐਵੇਂ ਵੇਖੋ ਨਾ ਹੁੰਦੀ ਨਹੀਂ, ਇੱਕ ਦੀ ਹੋਊਗੀ। ਕਹਿੰਦੇ ਨਾ ਜਨਰੇਟਰ ਹੈ ਤੇ ਉਹਦਾ ਉਹਨਾਂ ਨੂੰ ਧੂੰਆਂ ਪੈ ਗਿਆ। ਜਨਰੇਟਰ ਵੇਖੋ ਨਾ, ਐਡਾ ਵੱਡਾ ਕਮਰਾ ਹੈ, ਉੱਤੇ ਰੋਸ਼ਨਦਾਨ ਹੈ, ਖਿੜਕੀ ਹੈ, ਜਨਰੇਟਰ ਨਾਲ ਕਿਵੇਂ ਅਸੀਂ ਅੱਗ ਦੇ ਅੱਗੇ ਰਹਿੰਦੇ ਹਾਂ 24 ਘੰਟੇ, ਬੱਤੀ ਨਹੀਂ ਆਉਂਦੀ, ਕਿੰਨਾ ਸੇਕ ਹੁੰਦਾ। ਉਦੋਂ ਨਹੀਂ ਕੁਝ ਹੁੰਦਾ, ਹੁਣ 2 ਘੰਟਿਆਂ ਵਿੱਚ ਕਿਹੜੀ ਹੀਟ ਹੋਗੀ ਜੀ। ਹਾਂ, ਯਾਨੀ ਤੁਸੀਂ ਉਹ ਨਾਨ ਦਾ ਕੰਮ ਕਰਦੇ। ਜੀ। ਜਦੋਂ ਤੁਸੀਂ ਆਏ ਹੋ ਸਵੇਰ, ਕਿੰਨੇ ਵਜੇ ਤੁਹਾਨੂੰ ਪਤਾ ਚੱਲਿਆ ਕਿ ਦੁਲਹਾ ਦੁਲਹਨ ਦੋਨੋਂ ਨਹੀਂ ਰਹੇ? ਸਾਨੂੰ ਮਕਸਦ 5 ਵਜੇ ਪਤਾ ਚੱਲਿਆ। ਉਹ ਫੋਨ ਫਾਨ ਜਿਵੇਂ ਮਕਸਦ ਕਰਦੇ ਕੁਰਦੇ ਰਹਿਣ 4 ਵੀ 4:30 5 ਵੀ ਇਹ ਕਸੂਰ ਲੈ ਗਿਆ ਸੀ। ਠੀਕ ਹੈ। ਟੈਸਟ ਟੂਸਟ ਇਹਨਾਂ ਨੂੰ ਮਸਲ ਰਿਪੋਰਟ ਪਾਟ ਉੱਥੋਂ ਨਹੀਂ ਲਈ, ਜੋ ਕੋਈ ਵੀ ਉਹਨਾਂ ਦਾ ਆਪਦਾ ਮਾਮਲਾ ਸੀ ਘਰ ਦਾ। ਅਸੀਂ ਤਾਂ ਉਦੋਂ ਘਰ ਹੀ ਸਾਂ, ਤੇ ਜਦੋਂ ਉਹਨਾਂ ਸਾਨੂੰ ਦੱਸਿਆ ਨਾ ਤੇ ਅਸੀਂ ਮੰਨੇ ਨਹੀਂ। ਮੈਂ ਫਿਰ ਮੋਟਰਸਾਈਕਲ ਕੱਢੀ, ਮੈਂ ਫਿਰ ਉਹਨਾਂ ਦੇ ਘਰ ਗਿਆ। ਅੱਛਾ, ਫਿਰ ਤੁਸੀਂ ਕੀ ਦੇਖਿਆ? ਕੀ ਦੇਖਾ, ਕੁਛ ਵੀ ਨਹੀਂ, ਸਾਰੇ ਬਸ ਰੋ ਰਹੇ ਸੀ, ਲਾਸ਼ਾਂ ਜੀ ਆਈਆਂ ਨਹੀਂ ਸੀ। ਮੈਂ ਜਾ ਕੇ ਪਹਿਲਾਂ ਮੇਨ ਦਰਵਾਜ਼ਾ ਹੀ ਦੇਖਿਆ, ਕੋਈ ਦਰਵਾਜ਼ਾ ਨਹੀਂ ਟੁੱਟਾ, ਕੋਈ ਖਿੜਕੀ ਨਹੀਂ ਟੁੱਟੀ, ਕੋਈ ਸ਼ੈ ਨਹੀਂ, ਵਿੰਡੋ ਵੀ ਉਵੇਂ, ਹਰ ਸ਼ੈ ਉਵੇਂ। ਅੱਛਾ ਜੀ। ਦੂਲੇ ਦਾ ਭਾਈ ਕਹਿੰਦੇ ਨੇ ਉਹਨੂੰ ਕੋਈ ਦੁੱਖ ਰੰਜ ਨਹੀਂ ਹੈ ਆਪਣੇ ਬੇਟੇ ਦਾ, ਹਾਲਾਂਕਿ 6 ਬੇਟੀਆਂ ਦਾ ਉਹਨਾਂ ਦਾ ਇਕਲੌਤਾ ਬੇਟਾ ਸੀ। ਜੀ ਜੀ। ਇਹਦਾ ਹੁਣ ਦੇਖੋ ਨਾ, ਰਿਪੋਰਟ ਆਉਂਦੀ ਫਿਰ ਪਤਾ ਲੱਗਣਾ ਹੁਣ ਕੀ ਆ। ਹਰ ਰਿਪੋਰਟ 'ਚ ਕੋਈ ਨਾ ਹਰ ਸ਼ਾਇਦ ਆ ਹੀ ਜਾਣੀ ਜੀ। ਰਿਪੋਰਟ ਤੋਂ ਬਗੈਰ ਤਾਂ ਹੁਣ 3 ਹਫ਼ਤੇ ਉਹਨਾਂ ਟਾਈਮ ਦਿੱਤਾ, ਹਫ਼ਤਾ ਡੇਢ ਤੋਂ ਹੀ ਚੱਲੇ। ਉਹਨਾਂ ਦੀ ਵਾਲਦਾ ਵੀ ਉਸ ਦਿਨ ਜਿਸ ਦਿਨ ਕਬਰਕਸ਼ਾਈ ਹੋਈ ਮੌਜੂਦ ਸਨ ਉੱਥੇ? ਇਹ ਦੂਸਰਾ ਇਮਰਾਨ ਭਾਈ ਦੀ ਵਾਲਦਾ ਸਾਰੇ ਹੈਗੇ ਸੀ, ਉਹਨਾਂ ਦਾ ਕੋਈ ਸ਼ਰਾਫਤ ਭਾਈ ਦਾ ਕੋਈ ਵੀ ਨਹੀਂ ਸੀ। ਸ਼ਰਾਫਤ ਭਾਈ ਦੀ ਕਬਰਕਸ਼ਾਈ ਨਹੀਂ ਹੋਈ? ਨਹੀਂ ਹੋਈ। ਸ਼ਰਾਫਤ ਭਾਈ ਕੇ ਗਈ ਕੋਈ ਨਹੀਂ, ਨਾ ਕਬਰਕਸ਼ਾਈ ਹੋਈ ਉਹਨਾਂ ਦੀ। ਇਹਨਾਂ ਦੀ ਹੋਈ, ਇਹਨਾਂ ਸਾਰੀ ਫੈਮਿਲੀ ਸੀ, ਮਕਸਦ ਮਸ਼ੀਰਾਂ ਹੁੰਦੀਆਂ ਦੋਵੇਂ ਹੀ ਸੀ ਉੱਥੇ, ਬਿਆਨ ਵੀ ਹੋਏ, ਸਾਰਾ ਕੁਝ ਸਾਡਾ ਉਹਨਾਂ ਦੇ ਹਾਲ। ਅੱਛਾ ਜੀ। ਉਸ ਤੋਂ ਬਾਅਦ ਡਾਕਟਰ ਉਹਨਾਂ ਦੇ ਸੈਂਪਲ ਲੈ ਕੇ ਚਲੇ ਗਏ? ਡਾਕਟਰ ਸੈਂਪਲ ਲੈ ਕੇ ਚਲੇ, ਉਹਨਾਂ ਕਹਿੰਦੇ 3 ਹਫ਼ਤਿਆਂ ਬਾਅਦ ਤੁਹਾਡਾ ਜਿੱਥੇ ਕੇਸ ਚੱਲ ਰਿਹਾ ਕਚਹਿਰੀ, ਉੱਥੋਂ ਤੁਹਾਨੂੰ ਹਰ ਸ਼ੈ ਮਿਲੇਗੀ, ਰਿਪੋਰਟ ਵਗੈਰਾ ਦੇ। ਰਿਪੋਰਟ ਉੱਥੇ ਮਿਲਣੀ। ਵਾਲਦਾ ਦਾ ਕੀ ਆਲਮ ਸੀ? ਵਾਲਦਾ ਵੇਖੋ ਨਾ, ਹੁਣ ਤੁਹਾਨੂੰ ਵੀ ਪਤਾ ਹੈ, ਜਵਾਨ ਬੇਟੀ ਸੀ, ਵਾਲਦਾ ਜਾਂ ਭੈਣਾਂ ਸੀ ਦੋਵੇਂ, ਬਹੁਤ ਔਖਾ ਕੰਮ ਸੀ। ਸਾਨੂੰ ਪਤਾ ਸੀ ਉਹਨੂੰ ਕਿਵੇਂ ਕੰਟਰੋਲ ਕੀਤੀ ਰੱਖਿਆ। ਰੋ ਰਹੇ ਸੀ ਬਹੁਤ ਜ਼ਿਆਦਾ? ਬਹੁਤ ਰੋ ਰਿਹਾ ਸੀ। ਉਹ ਦੇ ਜਾਂਦੇ ਸੀ ਜੇ ਵੀ ਜਿੰਦੇ ਹੀ ਨਿਕਲ ਆਉਂਦੇ। ਜੀ। ਸ਼ਰਾਫਤ ਦੀ ਨਾਲ ਹੀ ਕਬਰ ਹੈ? ਬਿਲਕੁਲ ਨਾਲ। ਉਹ ਤੇ ਉਹਨਾਂ ਨੂੰ ਵੈਸੇ ਹੁਕਮ ਨਹੀਂ ਆਇਆ ਸੀ ਉਹਦਾ, ਇਮਰਾਨ ਭਾਈ ਨੇ ਦੱਸਿਆ ਕਿ ਉਹਦਾ ਕਫਨ ਨਜ਼ਰ ਆ ਰਿਹਾ। ਹਾਂਜੀ, ਇਜਾਜ਼ਤ ਉਹਨਾਂ ਦੋ ਨੂੰ ਸੀ ਬਸ। ਇਹ ਮਕਸਦ ਜਿਹੜਾ ਨਾ ਜੱਜ ਸਾਹਿਬ ਆਏ, ਉਹਨਾਂ ਇਜਾਜ਼ਤ ਕੁੜੀ ਦੀ ਸੀ, ਮੁੰਡੇ ਵੱਲੋਂ ਇਜਾਜ਼ਤ ਉਹਨਾਂ ਨਾ ਉਹਨਾਂ ਦੇ ਘਰਦਿਆਂ ਲਈ ਤੇ ਨਾ ਹੀ ਜੱਜ ਨੂੰ ਪਿੱਛੋਂ ਇਜਾਜ਼ਤ ਹੈਗੀ ਸੀ ਡਾਕਟਰਾਂ ਨੂੰ। ਜੀ। ਇਮਰਾਨ ਭਾਈ ਨੂੰ ਦੁੱਖ ਜ਼ਿਆਦਾ ਸ਼ਰਾਫਤ ਭਾਈ ਦਾ, ਹਾਲਾਂਕਿ ਉਹਦੀ ਆਪਣੀ ਸਗੀ ਭੈਣ ਹੈ, ਲੇਕਿਨ ਉਹ ਕਹਿੰਦਾ ਮੇਰਾ ਭਾਈ ਉਹ ਭਾਈ ਫਿਰ ਤੁਹਾਨੂੰ ਦੱਸਿਆ ਨਾ, ਬਚਪਨ ਤੋਂ ਇਕੱਠੇ ਰਹੇ। ਫਿਰ ਇਹ ਸਕੂਲ ਪੜ੍ਹਦਾ ਸ਼ਰਾਫਤ। ਇਹ ਇਮਰਾਨ ਭਾਈ ਪਹਿਲਾਂ ਆ ਗਿਆ ਲਾਹੌਰ ਸਾਡੇ ਕੋਲ ਹੀ ਦੁਕਾਨ ਤੇ, ਉਸ ਤੋਂ ਬਾਅਦ ਫਿਰ ਇਹ ਸ਼ਰਾਫਤ ਭਾਈ ਲੈ ਕੇ ਆਏ ਸਾਹਿਬ ਦੇ ਕੋਲ ਵਾਪਸ ਗਿਆ। ਫਿਰ ਇਹ ਕਸੂਰ ਚਲੇ ਗਿਆ। ਕਸੂਰ ਇੱਕੋ ਦੁਕਾਨ ਤੇ ਇਕੱਠੇ ਕੰਮ ਕਰਦੇ ਰਹੇ, ਕੋਈ ਕਿਸੇ ਨਾਲ ਹੁੰਦਾ ਕੋਈ ਰੋਲਾ ਨਹੀਂ, ਕੋਈ ਝਗੜਾ ਨਹੀਂ, ਕੋਈ ਹੁੰਦਾ ਨਾ ਕੋਈ ਬੰਦੇ ਦਾ 100 ਰੋਲਾ ਮਸਾਲਾ ਹੁੰਦਾ, ਕੋਈ ਚੱਕਰ ਨਹੀਂ। ਅੱਛਾ, ਸ਼ਾਦੀ ਜਿਸ ਦਿਨ ਹੋਈ ਹੈ ਮਹਿੰਦੀ ਤੇ ਤੁਸੀਂ ਗਏ ਹੋ, ਬਰਾਤ ਤੇ ਗਏ ਹੋ, ਅਗਲੇ ਦਿਨ ਖੈਰ ਉਹਨਾਂ ਵਿਚਾਰੇ ਨਸੀਬ ਨਹੀਂ ਹੋਈ ਅਗਲੀ ਸਵੇਰ ਉਹਨਾਂ ਨੂੰ। 2 ਵਜੇ ਤੱਕ ਤੁਹਾਡੀ ਕੋਈ ਐਸੀ ਗੱਲ ਉਹਨੇ ਕੀਤੀ ਹੋਏ ਜਿਹਦੇ ਚ ਤੁਹਾਨੂੰ ਕੁਝ ਥੋੜਾ ਬਹੁਤ ਸ਼ੱਕ ਜਾਂ ਕੋਈ ਐਸਾ ਲੱਗਾ? ਕੋਈ ਸ਼ੱਕ ਨਹੀਂ, ਕੋਈ ਕਿਸੇ ਨਾਲ ਹੁੰਦਾ ਕੋਈ ਹੋਵੇ ਤੇ ਬੰਦਾ ਕਵੇ ਨਾ ਸ਼ੱਕ। ਸਾਰੇ ਬੇਲੀ ਸਜਣੇ ਮਹਿੰਦੀ ਵਾਲੇ ਦਿਨ ਵੀ ਗਏ, ਬਰਾਤ ਵਾਲੇ ਦਿਨ ਸਾਰੇ ਅਸੀਂ ਇਕੱਠੇ ਰਹੇ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਹੱਸ ਖੇਡ ਕੇ ਸਾਰੀਆਂ ਗੱਲਾਂ। ਉਹਨੇ ਕੋਈ ਦੁਸ਼ਮਣ ਹੋਵੇ ਤੇ ਕਿਸੇ ਦਾ ਨਾਂ ਲਈਏ, ਦੁਸ਼ਮਣ ਤਾਂ ਹੁੰਦਾ ਇਹ ਕਿਸੇ ਨਾਲ ਉਹਨੇ ਗਵਾਹੀ ਤੇ ਹੈਗੀ ਨਹੀਂ। ਇਹ ਤਾਂ ਹੁੰਦਾ ਸ਼ੁਰੂ ਤੋਂ ਇਖਲਾਕ ਮਕਸਦ ਅੱਛਾ ਸੀ, ਕੋਈ ਕਿਸੇ ਨਾਲ ਨਾਰਾਜ਼ਗੀ ਨਹੀਂ ਸੀ, ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਸੀ। ਅਗਰ ਵਕਤੀ ਤੌਰ ਤੇ ਉਸੇ ਟਾਈਮ ਹੀ ਪੋਸਟਮਾਰਟਮ ਹੋ ਜਾਂਦਾ ਤੇ ਮੇਰੇ ਖਿਆਲ ਚ ਕਲੀਅਰ ਹੋ ਜਾਣਾ ਸੀ, ਲੇਕਿਨ ਉਸ ਟਾਈਮ ਇਹਨਾਂ ਨੇ ਮੰਨਿਆ ਹੀ ਨਹੀਂ ਤੇ ਕਹਿੰਦੇ ਸੀ ਉਹਨਾਂ ਦੀ ਮੌਤ ਹੀ ਨਹੀਂ ਹੋਈ। ਇਮਰਾਨ ਭਾਈ ਸੀ ਨਾ, ਇਮਰਾਨ ਭਾਈ ਨੇ ਬੜੇ ਤਰਲੇ ਲਾਇਆ ਸੀ। ਬਾਕੀ ਉਹਨਾਂ ਦੇ ਮਾਮੂ ਜਿਹੜੇ ਨੇ ਜਾਂ ਉਹਨਾਂ ਦੇ ਘਰ ਵਾਲਿਆਂ ਪੇਸ਼ ਨਹੀਂ ਜਾਣ ਦਿੱਤੀ। ਬਾਕੀ ਉਹਨਾਂ ਇਮਰਾਨ ਭਾਈ ਅੱਗੇ ਰੁਕਾਵਟਾਂ ਬੜੀਆਂ ਪਾਈਆਂ ਸੀ, ਬਾਕੀ ਇਮਰਾਨ ਭਾਈ ਨੇ ਆਪਦੀ ਹਿੰਮਤ ਨਹੀਂ ਹਾਰੀ। ਹੁਣ ਵੇਖੋ ਅੱਲਾ ਪਾਕ ਖੈਰ ਕਰੇ ਦਾ, ਕਿਉਂ ਇਮਰਾਨ ਭਾਈ ਦੇ ਅੱਗੇ ਰੁਕਾਵਟਾਂ ਇੰਨੀਆਂ ਕੁ ਸੀ, ਘਰੋਂ ਬੇਦਖਲ ਹਰ ਗੱਲ ਉਹਨਾਂ ਬਾਹਰੋਂ ਬਾਹਰ ਕੀਤੀ ਜਿਨ੍ਹਾਂ ਦੇ ਘਰ ਵਾਲਿਆਂ ਨੂੰ ਪਤਾ ਵੀ ਨਹੀਂ ਸੀ। ਅੱਛਾ, ਮੂੰਹ ਦੇ ਉੱਪਰ ਉਂਝ ਕਫਨ ਵਗੈਰਾ ਸਾਰਾ, ਔਰ ਹੱਥ ਤੁਹਾਨੂੰ ਜ਼ਰਾ ਜਿਹਾ ਨਜ਼ਰ ਆਇਆ ਜਿੰਨੇ ਤੇ ਮਹਿੰਦੀ ਲੱਗੀ ਹੋਈ? ਜੀ ਜੀ। ਚਿਹਰਾ ਨਹੀਂ ਉਹਨਾਂ ਨੇ ਜ਼ਾਹਿਰ ਜਾਇਜ਼ ਵੀ ਨਹੀਂ ਦਾ ਆਪਣੇ ਇਸਲਾਮ ਚ ਨਹੀਂ ਨਾ ਜਾਇਜ਼ ਚਿਹਰਾ ਆਂਦੇ ਨੇ, ਜਾਇਜ਼ ਮਤਲਬ ਦੇਖੋ ਫਿਰ ਸਾਰਾ ਕੋਈ ਕਫਨ ਜਨਾਜ਼ਾ ਦੁਬਾਰਾ ਹੁੰਦਾ ਹੈ ਤੇ ਉਹ ਤਾਂ ਫਿਰ ਚਿਹਰਾ ਤਾਂ ਆਪਾਂ ਦੇਖ ਵੀ ਨਹੀਂ ਨਾ ਸਕਦੇ। ਤੁਸੀਂ ਦੋਨਾਂ ਨੇ ਫੜ ਕੇ ਸਮੀਆਂ ਨੂੰ ਬਾਹਰ ਪਾਇਆ? ਜੀ, ਦੋ ਭਾਈਆਂ ਨੇ ਅਸੀਂ ਫੜ ਕੇ ਬਾਹਰ ਪਾਇਆ, 2 ਭਾਈਆਂ ਨੇ ਅਸੀਂ ਦੁਬਾਰਾ ਕਬਰ ਦੇ ਅੰਦਰ ਦਫਨਾਇਆ। ਹਾਂ, ਹਰ ਸ਼ੈ ਅਸੀਂ ਆਪਦੇ ਹੱਥੀ, ਤੀਸਰਾ ਬੰਦਾ ਨਹੀਂ ਨਾਮ ਤੇ ਦੋਵੇਂ ਭਾਈ ਸੀ। ਅਸੀਂ 4 ਦੀਵਾਰੀ ਕੱਪੜਾ ਹੋਇਆ ਸੀ, ਟੈਂਟ ਲੱਗੇ ਸੀ, ਅਸੀਂ ਦੋਵੇਂ ਭਾਈ ਸੀ।
ہاں جی اچھا قبر میں وہ پرفیوم تو انہوں نے واپس کر دیے, خوشبو کس قسم کی تھی, یعنی کہ آپ کو لگتا تھا کہ یہ خوشبو آپ نے کبھی سونگھی ہے؟ نہیں ਅਸੀਂ ਬੜੀਆਂ ਖੁਸ਼ਬੂਆਂ ਲਾਣੇ ਆ, ਬਾਕੀ ਬਹੁਤ ਅੱਛੀ ਮਹਿਕ ਸੀ। ਅਸੀਂ ਮਤਲਬ ਤੁਹਾਨੂੰ ਇਹ ਦੱਸ ਰਹੇ ਹਾਂ, ਪਹਿਲੇ ਟੱਪੇ ਤੋਂ ਰੱਖ ਕੇ ਐਂਡ ਤੱਕ ਸਲੈਪਾਂ ਅਸੀਂ ਪੱਟੀਆਂ ਨੇ। ਸਾਰੇ ਇਹ ਗੱਲ ਕਹਿੰਦੇ, ਸਾਡੇ ਘਰ ਦੇ ਵੀ ਇਹ ਗੱਲ ਕਹਿੰਦੇ ਸੀ ਤੁਸੀਂ ਨਾ ਪੱਟੋ, ਅੱਛਾ ਬਦਬੂ ਜਾਂ ਤੁਸੀਂ ਰਾਤ ਨੂੰ ਡਰੋ ਦੇ ਜਾਂ ਕੋਈ ਵੀ ਮਸਲਾ ਮਸੈਲ। ਤੇ ਬਾਕੀ ਜਿਹੜਾ ਨਾ ਇਨਸ਼ਾਅੱਲਾ ਕੋਈ ਚੱਕਰ ਨਹੀਂ, ਮਾਸ਼ਾਅੱਲਾ ਜਿਵੇਂ ਜਿਵੇਂ ਪੜਦੇ। ਅਸੀਂ ਤੁਹਾਨੂੰ ਦੱਸਿਆ 4.25 ਮਹੀਨੇ ਹੋ ਗਏ ਸਲੈਬ ਪੱਟੀ, ਕੋਈ ਅਬਸ ਨਹੀਂ। ਇੱਕ ਤਾਂ ਹੁੰਦਾ ਨਾ ਅਬਸ ਹੁੰਦੀ, ਕਮਰਾ ਸਾਰੀ ਦਿਹਾੜੀ ਬੰਦ ਰਹੇ ਹੁੰਦੇ, ਅਬਸ ਬਣ ਜਾਂਦੀ, ਕੋਈ ਅਬਸ ਨਹੀਂ। ਮੈਂ ਆਪਦੇ ਹੱਥੀ ਥੱਲੇ ਜਾ ਕੇ ਜੂਤਾ ਬਾਹਰ ਲਗਾ ਕੇ ਉਧਰ ਪੈਰ ਹੈ, ਮੈਂ ਆਪਦੇ ਹੱਥੀ ਸਲੈਬਾਂ ਦੋਵੇਂ ਫੜੀਆਂ। ਪਹਿਲੀ ਮੂੰਹ ਵੱਲ ਉਧਰ ਫੜੀ, ਦੂਸਰੀ ਤੀਸਰੀ ਸਲੈਬ ਕੱਢ ਕੇ ਫਿਰ ਮੈਂ ਆਪਦੇ ਹੱਥੀ ਕਫਨ ਫੜ ਕੇ ਬਾਹਰ ਫੱਟੇ ਤੇ ਕੋਈ ਮੈਗ ਥੱਲੇ, ਐਵੇਂ ਜਿਵੇਂ ਮਾਸ਼ਾਅੱਲਾ ਕਬਰ ਤਾਜ਼ੀ ਕੱਢੀ ਹੁੰਦੀ ਹੈ, ਐਵੇਂ ਮਿੱਟੀ ਸੀ, ਸਾਫ ਸੁਥਰੀ, کوئی کیڑا نہیں, کوئی شے نہیں۔ جی ناظرین، یہ دلہن کے بھائی دونوں جو تھے وہ قبر کے اندر گئے ہیں اور دونوں نے جا کے ہی قبر کشائی کی ہے، کر کے پھر دلہن کو باہر لے کے آئے ہیں۔ اس کے 14 پیسز لیے گئے ہیں، جس میں دل تھا ان کا، گھٹنوں کے پیس، ان کے بال، کوئی ہاتھ کی کوئی ہڈی، 14 ڈیفرنٹ قسم کے انہوں نے پیسز دیے ہیں، جس سے وہ موت کی وجہ معلوم کریں گے کہ اس دن 2 گھنٹے کے اندر اندر شرافت اور سمیہ کے ساتھ کیا ہوا۔ آپ لوگوں کو بڑا انتظار تھا کہ جو بھائی ہیں ان کا آپ نے انٹرویو نہیں کیا، اور انہوں نے تو قبر کشائی کی تھی، وہ چشمدید گواہ ہیں۔ یہ بھائی اس دن گواہ تھے، انہوں نے اپنے ہاتھوں سے سمیہ کو باہر نکالا ہے اور اپنے ہاتھوں سے پھر دوبارہ دفن کیا ہے اسی قبر کے اندر۔ کچھ لوگوں کا یہ کہنا ہے کہ جی راتوں رات انہوں نے کوئی ہاسپٹل سے ڈیڈ باڈی لا کے اس قبر کے اندر لٹا دی ہے اور اس کی باڈی خراب ہو چکی تھی، یہ جھوٹ بول رہے ہیں، ایسے نہیں ہوتا۔ لیکن اللہ تعالیٰ کے جو بندے ہوتے ہیں، جو اللہ کے خاص نیک بندے ہوتے ہیں، اللہ تعالیٰ ان کا یعنی کہ قیامت تک کفن بھی میلا نہیں ہونے دیتا۔ تو جو اللہ کے بندے ہیں ان کا کفن بھی میلا نہیں ہوتا، یہ اللہ کا بھی وعدہ ہے۔ ہر بندے کے اپنے اعمال ہیں جو قبر میں جا کے اللہ اور بندے کے درمیان رہتے ہیں، اور عمل جو ہوتے ہیں اسی سے ہی باڈی کا بھی تعلق ہے۔ تو یہ ساری بہت ساری باتیں اس میں علماء حضرات کے ڈیفرنٹ جو ہیں وہ فتوے بھی ہیں، ہمیں اس بحث میں نہیں پڑھنا چاہیے۔ ہم نے صرف اچھا کچھ لوگوں کو یہی نہیں پتا تھا کہ یہ سٹوری ہم کر کیوں رہے ہیں۔ لوگ کہہ رہے تھے دلہا کہاں ہے، دلہن کہاں ہے۔ دلہا اور دلہن دونوں قصور کے ساتھ ہے کھریپڑ گاؤں، وہاں پہ دلہا اور دلہن کی 23 یا 24 جون کو شادی ہوتی ہے، اور شادی کے بعد رات کو 2 بجے سے 4 بجے کے درمیان ان کی موت واقع ہو جاتی ہے۔ موت کی وجہ کیا تھی کسی کو معلوم نہیں پڑا۔ دروازہ انہوں نے اندر سے بند نہیں کیا تھا، دروازہ بھی اندر سے کھلا ہوا تھا، اور پھر باڈی کو اگلے دن فوری طور پہ ہاسپٹل لے جایا گیا۔ انہوں نے کہا ان کی ڈیتھ ہوگی۔ سب سے پہلے دلہن کی ڈیتھ ہوئی تھی، دلہے کی ڈیتھ بعد میں ہوئی ہے اس کے، کیونکہ دلہے کا جسم ابھی تک گرم تھا، تازہ تھا جب انہوں نے آ کے اندر سے پکڑا ہے۔ کیا ہوا 2 گھنٹے کے اندر اندر، ابھی 3 ہفتے کے بعد رپورٹ آئے گی، رپورٹ کو پھر فالو کریں گے جج صاحبان، اور اس کے مطابق وہ فیصلہ دیں گے کہ ان دونوں کے ساتھ اس رات کمرے میں کیا ہوا تھا جو یہ کنڈی بھی اندر سے نہ لگا سکے، اور دونوں میاں بیوی جو ہیں اسی وقت رات کو 2 گھنٹے کے اندر اندر جو ہے وہ اس دنیا سے چلے گئے تھے۔ لیکن بتایا یہ جاتا تھا کہ جنریٹر کی حبس ہونے کی وجہ سے دونوں کی موت ہوئی ہے۔ لیکن جو شرافت بھائی تھے وہ تندور پہ نان کا کام کرتے تھے۔ آپ کو پتہ ہے گرمیوں میں اتنی گرمی ہوتی، تندور پہ کام کرنا بہت مشکل ہے، تو جو بندہ 24 گھنٹے تندور کے اوپر کام کرے گا اس کو ذرا سی ہیٹ وغیرہ تو کچھ بھی نہیں کرتا۔ اور ماشاءاللہ ان کی 6 فٹ سے زیادہ ہائٹ تھی، اور ایک دم ان کے ساتھ اور ان کی دلہن کے ساتھ اس رات کیا ہوا ہے سمجھ نہیں۔ لیکن ان کی بہنوں نے بڑی ایک عجیب بات کی تھی کہ جس دن ان کو لے کے گئے ہیں گھر میں، تو جس بیڈ پہ جا کے بٹھایا تھا وہ بیڈ بھی ٹوٹ گیا تھا اور وہ دونوں گر گئے تھے۔ تو اس میں بڑے سارے اشارے آ رہے ہیں۔ پھر دلہن صدقے دیتی رہی ہے اپنے ہسبینڈ کے، اور خود انہوں نے ویلیں دی ہیں باہر آ کے، اور شادی بڑی یعنی کہ انوکھی شادی ہوئی تھی کھریپڑ گاؤں میں۔ 3 دفعہ برات واپس جا رہی تھی پھر آ رہی تھی، ایسا ہی ہے، ایسے اس کو اٹھا کے آپ لوگ بڑے اس کے چاؤ ارمان پورے کر رہے جی ہیں۔ بالکل۔ اور 6 بہنوں کا اکلوتا بھائی، 3 بہنیں اس کی اپنی سگی اور 3 اس کی ستیلی ماں میں سے تھیں۔ ان کی اپنی والدہ کی ڈیتھ ہو گئی تھی، اور یہ جو سمیہ تھی اس کا ہاتھ جس دن یہ پیدا ہوئی تھی اسی دن اس کی والدہ نے مانگ لیا تھا۔ جی ایسے۔ اور جو دلہن کی طرف سے ایک میسیج آیا تھا کہ قبر کے اندر سے دلہن کا میسیج ہے، وہ ایک معجزہ تھا، وہ ایک اشارہ تھا، کیونکہ اشارہ یہ دیا گیا تھا کہ
ان کی باڈی جو ہے وہ بالکل صحیح اور سلامت نکلی. 4.25 ماہ گزرے ہیں. اتنی گرمی تھی جون سے، یہ اکتوبر میں جا کے 4 اکتوبر کو قبر کشائی ہوتی ہے اور باڈی بالکل سلامت نکلی ہے. تو یہ اللہ تعالیٰ کی طرف سے ایک معجزہ، ایک اشارہ تھا. بہرحال ہم دعا کریں گے کہ ان کو انصاف مل سکے، کیونکہ اس کی بوڑھی والدہ بہت روتی ہیں. اس کا ایک غریب بھائی ہے بیچارہ جو کام کرتا ہے دن رات، اور وہ بڑا روتا ہے. اس کی بہنیں بہت زیادہ روتی ہیں. ہم دعا کریں گے کہ ان کو جو ہے وہ انصاف ملے، اور جنہوں نے یہ کام کیا ان کو سخت سے سخت سزا ملے. اگر کوئی موت کی وجہ اس طرح کی معلوم ہوتی تو 100 بار سوچا کریں کسی کی بھی جان لینے سے پہلے، کیونکہ جان جو ہے اللہ تعالیٰ نے، زندگی موت کے معنی اللہ تعالیٰ نے یہ جان کو بڑا قیمتی بنایا ہے. تو 100 بار سوچا کریں. آئے روز کرائم بڑھتے جا رہے ہیں. چند پیسوں کے لیے بیگم کو مار دیا، بچوں کو مار دیا، نہر میں پھینک دیا، جلا دیا. تو یہ ساری قیامت کی نشانیاں، اور ہماری دین سے دوری ہے، اور ہماری جو ایٹیچیوڈ لیول ہے اس میں یعنی کہ کمی ہے، سمجھانے کی کمی ہے. ماں اپنے بچوں کی تربیت اچھے طریقے سے کریں. لوگ جو ہیں وہ ذرا سے غصے کو لمبے عرصے تک نہ چلائیں، اور غصوں کو ختم کیا جائے، نفرتوں کو ختم کیا جائے، آپس میں پیار محبت بڑھایا جائے. تو زندگی بڑی چھوٹی سی، بڑی آسان سی ہے. ہم نے بہت زیادہ مشکلیں کریٹ کی ہیں. بہرحال دعا کیجیے گا سمیہ اور شرافت بھائی کے لیے کہ اللہ تعالیٰ ان کو جنت الفردوس میں اعلیٰ مقام دے. اور مجھے لگتا ہے کہ وہ یقین بھی ہے کہ جنتوں میں ہیں. جن کی باڈی ابھی تک کفن سلامت ہے وہ جنتوں میں ہی ہیں. انشاءاللہ آگے بھی ان کے ساتھ اچھا ہوگا. اسی کے ساتھ اپنی میزبان عظمیٰ کو دیجیے اجازت. نیکسٹ کسی اچھی ویڈیو کے ساتھ آپ کی خدمت میں حاضر ہوں گے. جب تک اپنا ڈھیر سارا خیال رکھیے گا. سوچئے گا ضرور کہ آپ کی طرف سے آج کس کو فائدہ پہنچا اور کس کو نقصان. اللہ حافظ.